ਸਤਿ ਸ਼੍ਰੀ ਅਕਾਲ। ਸਵਾਗਤ ਹੈ ਸਾਡੇ ਸਾਰੇ ਦਰਸ਼ਕਾਂ ਦਾ ਸਾਡੀ ਅੱਜ ਦੀ ਖਾਸ ਪੇਸ਼ਕਸ਼ ਖਬਰ ਖਾਸ 'ਚ। ਹਿੰਦੁਸਤਾਨ ਦੀ ਸਿਆਸਤ 'ਚ ਬੜੇ ਵੱਡੇ ਨੇਤਾ ਹੋਏ, ਬੜੇ ਪ੍ਰਧਾਨ ਮੰਤਰੀ ਹੋਏ, ਲੇਕਿਨ ਇੱਕ ਪ੍ਰਧਾਨ ਮੰਤਰੀ ਹੋਏ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਜੈਂਟਲਮੈਨ ਆਫ ਇੰਡੀਅਨ ਪੋਲਿਟਿਕਸ। ਉਹਨਾਂ ਦਾ ਨਾਮ ਹੈ ਇੰਦਰ ਕੁਮਾਰ ਗੁਜਰਾਲ। ਮੁਲਕ ਉਹਨਾਂ ਦੀ ਜਨਮ ਸ਼ਤਾਬਦੀ ਮਨਾ ਰਿਹਾ ਹੈ। ਲਹਿੰਦੇ ਪੰਜਾਬ ਤੋਂ ਸਫ਼ਰ ਸ਼ੁਰੂ ਹੋਇਆ, ਚੜ੍ਹਦੇ ਪੰਜਾਬ 'ਚ ਆਏ ਤਾਂ ਉਸ ਤੋਂ ਬਾਅਦ ਹਿੰਦੁਸਤਾਨ ਦੀ ਸਿਆਸਤ ਦੇ ਸਭ ਤੋਂ ਵੱਡੇ ਸ਼ਿਖਰ 'ਤੇ ਪਹੁੰਚੇ ਇੰਦਰ ਕੁਮਾਰ ਗੁਜਰਾਲ ਸਾਹਿਬ। ਇੰਦਰ ਕੁਮਾਰ ਗੁਜਰਾਲ ਅਣਵੰਡੇ ਪੰਜਾਬ ਦੇ ਵਿੱਚ ਪੈਦਾ ਹੋਈ ਉਹ ਸ਼ਖਸੀਅਤ ਜੋ ਭਾਰਤੀ ਸਿਆਸਤ ਵਿੱਚ ਨਾ ਸਿਰਫ ਇੱਕ ਵੱਡਾ ਕੱਦ ਰੱਖਦੀ ਸੀ, ਸਗੋਂ ਸਿਆਸਤ ਨੂੰ ਇੱਕ ਵੱਡੇ ਮੁਕਾਮ ਤੇ ਲਿਜਾਉਣ ਦਾ ਸ਼੍ਰੇ ਵੀ ਇਸ ਸ਼ਖਸੀਅਤ ਨੂੰ ਜਾਂਦਾ ਹੈ। 4 ਦਸੰਬਰ ਸਨ 1919 ਦੇ ਵਿੱਚ ਜਦੋਂ ਲਹਿੰਦੇ ਪੰਜਾਬ ਦੇ ਜੇਹਲਮ ਸ਼ਹਿਰ ਦੇ ਵਿੱਚ ਇੰਦਰ ਕੁਮਾਰ ਗੁਜਰਾਲ ਦਾ ਜਨਮ ਹੋਇਆ ਤਾਂ ਉਹਨਾਂ ਦਾ ਪਰਿਵਾਰ ਦੇਸ਼ ਦੀ ਆਜ਼ਾਦੀ ਦੀ ਜੰਗ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਸੀ। ਜੰਗੇ ਆਜ਼ਾਦੀ ਲਈ ਲੜਨ ਦਾ ਜਜ਼ਬਾ ਉਹਨਾਂ ਨੂੰ ਗੁੜਤੀ ਦੇ ਵਿੱਚ ਮਿਲਿਆ। ਇਸ ਲਈ ਉਹਨਾਂ ਸਾਲ 1931 ਦੇ ਵਿੱਚ 11 ਵਰ੍ਹਿਆਂ ਦੀ ਉਮਰ ਦੇ ਵਿੱਚ ਹੀ ਆਜ਼ਾਦੀ ਦੀ ਲੜਾਈ ਦੇ ਵਿੱਚ ਸਰਗਰਮ ਤੌਰ ਤੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਜੇਹਲਮ ਸ਼ਹਿਰ ਦੇ ਵਿੱਚ ਛੋਟੇ ਬੱਚਿਆਂ ਦਾ ਅੰਦੋਲਨ ਚਲਾਉਣ ਦੇ ਸਿੱਟੇ ਵਜੋਂ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਬੁਰੀ ਤਰ੍ਹਾਂ ਮਾਰਿਆ ਕੁੱਟਿਆ। 1942 ਦੇ ਵਿੱਚ ਗੁਜਰਾਲ ਭਾਰਤ ਛੱਡੋ ਅੰਦੋਲਨ ਦੌਰਾਨ ਜੇਲ੍ਹ ਵੀ ਗਏ। ਜੇ ਗੁਜਰਾਲ ਸਾਹਿਬ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਹਨਾਂ ਆਪਣੀ ਮੁੱਢਲੀ ਸਿੱਖਿਆ ਜੇਹਲਮ ਦੇ ਸਕੂਲ ਦੇ ਵਿੱਚੋਂ ਹੀ ਕੀਤੀ ਅਤੇ 12ਵੀਂ ਦੀ ਪੜ੍ਹਾਈ ਫੋਰਮੈਨ ਕ੍ਰਿਸਚੀਅਨ ਕਾਲਜ ਅਤੇ ਗ੍ਰੈਜੂਏਸ਼ਨ ਹੈਲੇ ਕਾਲਜ ਆਫ ਕਾਮਰਸ ਤੋਂ ਕੀਤੀ। ਹਾਲਾਂਕਿ ਇਸ ਤੋਂ ਬਾਅਦ ਉਹਨਾਂ MA, BCom, PhD ਅਤੇ D.Litt ਦੀ ਉਪਾਧੀ ਵੀ ਹਾਸਲ ਕੀਤੀ। 26 ਮਈ 1945 ਨੂੰ ਇੰਦਰ ਕੁਮਾਰ ਗੁਜਰਾਲ ਦਾ ਵਿਆਹ ਕਵਿੱਤਰੀ ਸ਼ੀਲਾ ਭਸੀਨ ਨਾਲ ਹੋਇਆ। ਇਹ ਗੱਲ ਤਾਂ ਰਹੀ ਇੰਦਰ ਕੁਮਾਰ ਗੁਜਰਾਲ ਦੇ ਨਿੱਜੀ ਜੀਵਨ ਦੀ, ਪਰ ਉਹਨਾਂ ਦਾ ਸਿਆਸੀ ਜੀਵਨ ਕਿਸ ਤਰ੍ਹਾਂ ਸਟੂਡੈਂਟ ਸਿਆਸਤ ਤੋਂ ਲੈ ਕੇ ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚਿਆ, ਉਹਨਾਂ ਦੀ ਜਨਮ ਸ਼ਤਾਬਦੀ ਮੌਕੇ ਇਹ ਜਾਣਨਾ ਵੀ ਬੇहद ਜ਼ਰੂਰੀ ਹੈ। I.K. ਗੁਜਰਾਲ ਨੇ ਸਿਆਸੀ ਸਫ਼ਰ ਆਪਣੇ ਕਾਲਜ ਦੇ ਦਿਨਾਂ ਤੋਂ ਹੀ ਸ਼ੁਰੂ ਕਰ ਦਿੱਤਾ ਸੀ। ਕਾਲਜ ਦੇ ਵਿੱਚ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਅਤੇ ਕਮਿਊਨਿਸਟ ਪਾਰਟੀ ਦੇ ਸਰਗਰਮ ਮੈਂਬਰ ਵੀ ਰਹੇ। ਗੁਆਂਢੀ ਮੁਲਕਾਂ ਦੇ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਨੀਤੀ ਦੀ ਗੱਲ ਜਦੋਂ ਵੀ ਹੋਵੇਗੀ, ਇੰਦਰ ਕੁਮਾਰ ਗੁਜਰਾਲ ਦਾ ਜ਼ਿਕਰ ਲਾਜ਼ਮੀ ਹੋਵੇਗਾ, ਕਿਉਂਕਿ ਇਹ ਉਹਨਾਂ ਦੇ ਸਿਆਸੀ ਸਫ਼ਰ ਦੀਆਂ ਕਈ ਵੱਡੀਆਂ ਉਪਲਬਧੀਆਂ ਦੇ ਵਿੱਚੋਂ ਇੱਕ ਹੈ। ਇੱਕ ਰਾਜਨੇਤਾ ਦੇ ਤੌਰ ਤੇ ਤਾਂ ਇੰਦਰ ਕੁਮਾਰ ਗੁਜਰਾਲ ਨੇ ਆਪਣੀ ਪਛਾਣ ਬਣਾਈ ਹੀ, ਪਰ ਉਸ ਦੇ ਨਾਲ ਹੀ ਉਹਨਾਂ ਭਾਸ਼ਾਵਾਂ ਨੂੰ ਲੈ ਕੇ ਗਿਆਨ, ਲੇਖਨ, ਸ਼ੇਰੋ ਸ਼ਾਇਰੀ ਅਤੇ ਪੱਤਰਕਾਰਤਾ ਵੱਲ ਵੀ ਰੁਝਾਨ ਉਹਨਾਂ ਦੇ ਕਿਰਦਾਰ ਦਾ ਅਹਿਮ ਹਿੱਸਾ ਸੀ। ਇੰਦਰਾ ਗਾਂਧੀ ਦੇ ਸਹਿਯੋਗੀ ਦੇ ਤੌਰ ਤੇ ਇੰਦਰ ਕੁਮਾਰ ਗੁਜਰਾਲ ਨੇ ਲੰਬਾ ਸਮਾਂ ਕਾਂਗਰਸ ਪਾਰਟੀ ਦੇ ਵਿੱਚ ਬਿਤਾਇਆ, ਪਰ ਪਾਰਟੀ ਨਾਲ ਹੋਏ ਮਤਭੇਦਾਂ ਤੋਂ ਬਾਅਦ ਸਾਲ 1988 ਦੇ ਵਿੱਚ ਉਹ ਜਨਤਾ ਦਲ ਦੇ ਵਿੱਚ ਸ਼ਾਮਲ ਹੋ ਗਏ। 1999 ਦੇ ਵਿੱਚ ਗੁਜਰਾਲ ਪੰਜਾਬ ਦੇ ਜਲੰਧਰ ਤੋਂ ਸੰਸਦ ਬਣੇ ਅਤੇ ਪ੍ਰਧਾਨ ਮੰਤਰੀ VP ਸਿੰਘ ਦੀ ਕੈਬਨਿਟ ਦੇ ਵਿੱਚ ਵਿਸ਼ੇਸ਼ ਮੰਤਰੀ ਦਾ ਕਾਰਜਭਾਰ ਸੰਭਾਲਿਆ। 1991 ਦੀਆਂ ਆਮ ਚੋਣਾਂ ਦੇ ਵਿੱਚ ਗੁਜਰਾਲ ਬਿਹਾਰ ਦੇ ਪਟਨਾ ਤੋਂ ਚੋਣ ਲੜੇ, ਪਰ ਧਾਂਦਲੀਆਂ ਦੇ ਇਲਜ਼ਾਮਾਂ ਦੇ ਚਲਦਿਆਂ ਉਹਨਾਂ ਦੀ ਚੋਣ ਰੱਦ ਕਰ ਦਿੱਤੀ ਗਈ। ਇਸ ਤੋਂ ਬਾਅਦ ਉਹ ਲਾਲੂ ਪ੍ਰਸਾਦ ਯਾਦਵ ਦੀ ਮਦਦ ਨਾਲ ਰਾਜ ਸਭਾ ਦੇ ਮੈਂਬਰ ਬਣੇ। 1997 ਦੇ ਵਿੱਚ ਖੇਤਰੀ ਪਾਰਟੀਆਂ ਦੇ ਸਹਿਯੋਗ ਨਾਲ ਬਣੀ ਜਨਤਾ ਦਲ ਦੀ ਸਰਕਾਰ ਦੇ ਵਿੱਚ ਜਦੋਂ HD ਦੇਵੇਗੌੜਾ ਪ੍ਰਧਾਨ ਮੰਤਰੀ ਬਣੇ ਤਾਂ ਗੁਜਰਾਲ ਨੂੰ ਇੱਕ ਵਾਰ ਫਿਰ ਤੋਂ ਵਿਦੇਸ਼ ਮੰਤਰੀ ਬਣਾਇਆ ਗਿਆ। ਇਸ ਤੋਂ ਬਾਅਦ I.K. ਗੁਜਰਾਲ ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਵੀ ਬਣੇ। ਹਾਲਾਂਕਿ ਉਹਨਾਂ ਦਾ ਇਹ ਕਾਰਜਕਾਲ 10 ਮਹੀਨੇ ਹੀ ਰਿਹਾ। ਸਾਲ 1998 ਦੇ ਵਿੱਚ ਜਦੋਂ ਇੰਦਰ ਕੁਮਾਰ ਗੁਜਰਾਲ ਇੱਕ ਵਾਰ ਫਿਰ ਤੋਂ ਜਲੰਧਰ ਤੋਂ ਚੋਣਾਂ ਦੇ ਵਿੱਚ ਖੜੇ ਹੋਏ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਹਮਾਇਤ ਦਿੱਤੀ ਅਤੇ ਉਹਨਾਂ ਬਤੌਰ ਸੰਸਦ ਜਿੱਤ ਹਾਸਲ ਕੀਤੀ। ਗੁਆਂਢੀ ਮੁਲਕਾਂ ਦੇ ਨਾਲ ਭਾਰਤ ਦੇ ਰਿਸ਼ਤੇ ਬਿਹਤਰ ਕਰਨ ਦੀ ਪਹਿਲੀ ਸਾਰਥਕ ਸ਼ੁਰੂਆਤ ਗੁਜਰਾਲ ਵੱਲੋਂ ਹੀ ਕੀਤੀ ਗਈ। ਇਸ ਦੇ ਲਈ ਉਹਨਾਂ ਵੱਲੋਂ 5 ਸਿਧਾਂਤ ਵੀ ਦਿੱਤੇ ਗਏ, ਜਿਨ੍ਹਾਂ ਨੂੰ ਗੁਜਰਾਲ ਡਾਕਟਰੀਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਸਿਧਾਂਤ ਦਾ ਮੂਲ ਮੰਤਰ ਸੀ ਕਿ ਪਹਿਲਾਂ ਗੁਆਂਢੀ ਮੁਲਕਾਂ ਦੇ ਵਿੱਚ ਭਾਰਤ ਦੇ ਪ੍ਰਤੀ ਵਿਸ਼ਵਾਸ ਪੈਦਾ ਕੀਤਾ ਜਾਏ ਅਤੇ ਉਹਨਾਂ ਨਾਲ ਚੱਲ ਰਹੇ ਵਿਵਾਦਾਂ ਨੂੰ ਗੱਲਬਾਤ ਦੇ ਜ਼ਰੀਏ ਹੱਲ ਕੀਤਾ ਜਾਏ। ਗੁਜਰਾਲ ਦੇ ਸਿਧਾਂਤ ਅੱਜ ਵੀ ਉਨੇ ਕਾਰਗਰ ਨੇ ਜਿੰਨੇ ਉਸ ਵੇਲੇ ਸਨ। ਪੰਜਾਬ ਦੇ ਵਿੱਚ ਜੰਮੇ ਇੰਦਰ ਕੁਮਾਰ ਗੁਜਰਾਲ ਦਾ ਪੰਜਾਬ ਨਾਲ ਕਿੰਨਾ ਗੂੜਾ ਰਿਸ਼ਤਾ ਸੀ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਕਿ ਪ੍ਰਧਾਨ ਮੰਤਰੀ ਰਹਿੰਦਿਆਂ ਹੋਇਆਂ ਉਹਨਾਂ ਪੰਜਾਬ ਦੇ ਸਿਰ ਚੜਿਆ ਸਾਰਾ ਕਰਜ਼ਾ ਮਾਫ ਕਰ ਦਿੱਤਾ ਸੀ। ਪੰਜਾਬ ਦੇ ਜਲੰਧਰ ਨੂੰ ਦਿੱਤੀ ਗਈ ਸਾਇੰਸ ਸਿਟੀ ਅੱਜ ਵੀ ਕਈ ਬੱਚਿਆਂ ਦਾ ਭਵਿੱਖ ਰੌਸ਼ਨ ਕਰ ਰਹੀ ਹੈ। ਤਾਉਮਰ ਭਾਰਤ ਦੀ ਸੇਵਾ ਕਰਦੇ ਇੰਦਰ ਕੁਮਾਰ ਗੁਜਰਾਲ ਨੂੰ ਹਮੇਸ਼ਾ ਹੀ ਇਸ ਗੱਲ ਦਾ ਮਾਣ ਸੀ ਕਿ ਉਹ ਇੱਕ ਪੰਜਾਬੀ ਨੇ। मुझे अपने पंजाबी होने में बड़ा गौरव है। ਗੁਜਰਾਲ ਸਾਹਿਬ ਦੀ ਸਿਆਸਤ, ਲੋਕ ਸੇਵਾ ਅਤੇ ਕੌਮਾਂਤਰੀ ਮਸਲਿਆਂ ਦੇ ਖੇਤਰ 'ਚ ਵੱਡੀਆਂ ਪ੍ਰਾਪਤੀਆਂ ਕਰਕੇ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਉਹਨਾਂ ਨੂੰ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ ਸੀ।
30 ਨਵੰਬਰ 2012 ਨੂੰ ਫੇਫੜਿਆਂ ਤੇ ਇਨਫੈਕਸ਼ਨ ਨਾਲ ਜੂਝ ਰਹੇ ਆਈ.ਕੇ. ਗੁਜਰਾਲ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਬਿਊਰੋ ਰਿਪੋਰਟ, ਪੀਟੀਸੀ ਨਿਊਜ਼। ਮੇਰੇ ਨਾਲ ਇਸ ਵੇਲੇ ਨਰੇਸ਼ ਗੁਜਰਾਲ ਉਹਨਾਂ ਦੇ ਬੇਟੇ ਮੌਜੂਦ ਨੇ, ਜੋ ਕਿ ਰਾਜ ਸਭਾ ਤੋਂ ਸਾਂਸਦ ਨੇ। ਗੁਜਰਾਲ ਸਾਹਿਬ, ਸਭ ਤੋਂ ਪਹਿਲਾ ਸਵਾਲ ਮੈਂ ਨਰੇਸ਼ ਜੀ ਇਹ ਪੁੱਛਣਾ ਚਾਹੂੰਗਾ ਕਿ ਇੱਕ ਪਿਤਾ ਦੇ ਤੌਰ ਤੇ ਕਿਵੇਂ ਯਾਦ ਕਰਦੇ ਹੋ, ਕਿਉਂਕਿ ਬੇਟਾ ਸਭ ਤੋਂ ਜ਼ਿਆਦਾ ਨਜ਼ਦੀਕ ਪਿਤਾ ਦੇ ਹੁੰਦਾ ਹੈ। ਦੇਖੋ, ਉਹਨਾਂ ਦਾ ਜੀਵਨ ਹਮੇਸ਼ਾ ਬੜਾ ਸਾਧਾਰਨ ਜੀਵਨ ਰਿਹਾ। ਸਿੰਪਲਿਸਿਟੀ ਵਿੱਚ ਉਹ ਬਿਲੀਵ ਕਰਦੇ ਸੀ। ਉਹਨਾਂ ਦੇ ਦਰਵਾਜ਼ੇ 24 ਘੰਟੇ ਖੁੱਲ੍ਹੇ ਰਹਿੰਦੇ ਸੀ। ਕੋਈ ਵੀ ਉੱਥੇ ਆ ਸਕਦਾ ਸੀ, ਵੱਡੇ ਤੋਂ ਵੱਡਾ ਬੰਦਾ, ਛੋਟੇ ਤੋਂ ਛੋਟਾ ਬੰਦਾ। ਪਰ ਇੱਕ ਗੱਲ ਜਿਹੜੀ ਅਸੀਂ ਉਹਨਾਂ ਦੀ ਵੇਖੀ, ਕੋਈ ਵੀ ਗਰੀਬ ਤੋਂ ਗਰੀਬ ਬੰਦਾ ਆ ਜਾਵੇ, ਉਹ ਟਾਈਮ ਦੀ ਪਰਵਾਹ ਨਹੀਂ ਕਰਦੇ ਸੀ। ਪੂਰੀ ਕੋਸ਼ਿਸ਼ ਕਰਦੇ ਸੀ ਕਿ ਕਿਸੇ ਤਰ੍ਹਾਂ ਉਹਦਾ ਕੰਮ ਮੈਂ ਕਰ ਸਕਾਂ। ਅਤੇ ਉਹ ਹਮੇਸ਼ਾ ਕਹਿੰਦੇ ਸੀ ਅਸਲ ਸੈਟਿਸਫੈਕਸ਼ਨ ਜਿਹੜੀ ਹੈ ਉਹ ਇਹਦੇ ਵਿੱਚ ਮਿਲਦੀ ਹੈ, ਪੋਲੀਟਿਕਸ ਦੀ, ਵੱਡੇ ਅਹੁਦੇ ਨਾਲ ਨਹੀਂ ਮਿਲਦੀ। ਕਿਵੇਂ ਤੁਸੀਂ ਜ਼ਾਹਿਰ ਤੌਰ 'ਤੇ ਬਚਪਨ ਦੀਆਂ ਕੁਛ ਯਾਦਾਂ ਜੁੜੀਆਂ ਹੋਣਗੀਆਂ, ਬੱਚਿਆਂ ਨੂੰ ਡਾਂਟ ਵੀ ਪੈਂਦੀ ਹੈ, ਕੁਛ ਇਹੋ ਜਿਹੇ ਕਿੱਸੇ ਜੇਕਰ ਸਾਡੇ ਨਾਲ ਤੁਸੀਂ ਸਾਂਝੇ ਕਰ ਸਕੋ ਜਿਹੜੇ ਕਿ ਤੁਹਾਨੂੰ ਯਾਦ ਹੋਣ ਉਹਨਾਂ ਦੇ? ਉਹ ਹਮੇਸ਼ਾ, ਜਿਸ ਤਰ੍ਹਾਂ ਬਾਕੀ ਪੇਰੈਂਟਸ ਵੀ ਹੁੰਦੇ ਨੇ, ਸਟ੍ਰਿਕਟ ਪੇਰੈਂਟਸ ਸੀਗੇ, ਅਤੇ ਉਹਨਾਂ ਦਾ ਇੱਕ ਹਮੇਸ਼ਾ ਕਹਿਣਾ ਸੀ ਕਿ ਜੇ ਮੈਂ ਤੁਹਾਡੀ ਜ਼ਿਆਦਾ ਮਦਦ ਕਰਾਂਗਾ ਤਾਂ ਤੁਸੀਂ ਕਦੀ ਵੀ ਆਪਣੇ ਪੈਰਾਂ 'ਤੇ ਖੜ੍ਹੇ ਨਹੀਂ ਹੋ ਸਕੋਗੇ। ਮੈਂ ਕਰਚ ਨਹੀਂ ਬਣਨਾ ਚਾਹੁੰਦਾ, ਇਸ ਲਈ ਮਿਹਨਤ ਕਰੋ, ਪੜ੍ਹੋ, ਲਿਖੋ, ਆਪਣੇ ਪੈਰਾਂ 'ਤੇ ਖੜ੍ਹੇ ਹੋਵੋ। ਰਾਜਨੀਤੀ 'ਚ ਤੁਸੀਂ ਵੀ ਆਏ, ਜ਼ਾਹਿਰ ਤੌਰ 'ਤੇ ਉਹਨਾਂ ਦੇ ਪਿੱਛੇ ਚੱਲਦਿਆਂ ਤੁਸੀਂ ਬਹੁਤ ਸਿੱਖਿਆ ਹੋਵੇਗਾ। ਉਹਨਾਂ ਦੀ ਰਾਜਨੀਤੀ, ਜਿਵੇਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਕਿਸੇ ਨੂੰ ਗਲੇ ਮਿਲਦੇ ਨੇ, ਕਿਹਾ ਜਾਂਦਾ ਹੈ ਕਿ ਹੱਗ ਡਿਪਲੋਮੇਸੀ ਦੀ ਸ਼ੁਰੂਆਤ ਇੰਦਰ ਕੁਮਾਰ ਗੁਜਰਾਲ ਸਾਹਿਬ ਨੇ ਕੀਤੀ ਸੀ ਆਪਣੇ ਵੇਲੇ 'ਚ, ਕਿਉਂਕਿ ਉਸ ਦੌਰਾਨ ਕੋਈ ਕਿਸੇ ਨੂੰ ਇੰਨਾ ਜੱਫੀ ਪਾ ਕੇ ਨਹੀਂ ਸੀ ਮਿਲਦਾ। ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਸਿਰਫ ਜੱਫੀ ਪਾ ਕੇ ਗੱਲਾਂ ਨਹੀਂ ਬਣਦੀਆਂ, ਲੋਕ ਦਿਲ ਪਛਾਣ ਲੈਂਦੇ ਨੇ। ਤੁਹਾਡੇ ਅੰਦਰ ਜਿਹਨੂੰ ਤੁਸੀਂ ਕਹੋ ਕਿ ਉਹ ਐਂਪੈਥੀ ਹੈ ਕਿ ਨਹੀਂ, ਉਹ ਪਿਆਰ ਮੁਹੱਬਤ ਹੈ ਕਿ ਨਹੀਂ। ਹਰ ਬੰਦਾ ਜਿਹੜਾ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਪ੍ਰੈਜ਼ੀਡੈਂਟ ਹੋਵੇ, ਉਹ ਇਹਨਾਂ ਗੱਲਾਂ ਨੂੰ ਅੱਛੀ ਤਰ੍ਹਾਂ ਪਛਾਣ ਲੈਂਦਾ ਹੈ। ਅਤੇ ਇਸ ਕਰਕੇ ਸਿਰਫ ਜੱਫੀ ਨਾਲ ਕੰਮ ਨਹੀਂ ਹੁੰਦਾ। ਤੁਹਾਡੇ ਅੰਦਰ ਕੋਈ ਕੁਆਲਿਟੀਜ਼ ਹੋਣੀ ਚਾਹੀਦੀਆਂ ਕਿ ਦੂਜੇ ਨੂੰ ਲੱਗੇ ਕਿ ਵੀ ਸੱਚਮੁੱਚ ਇਹ ਮੈਨੂੰ ਪਿਆਰ ਕਰਦਾ ਹੈ। ਅਤੇ ਉਹ ਸਿਰਫ ਤਾਂ ਹੋ ਸਕਦਾ ਹੈ ਕਿ ਜੇ ਤੁਸੀਂ ਦਿਲੋਂ ਲੋਕਾਂ ਨੂੰ ਪਿਆਰ ਕਰਦੇ ਹੋਵੋ। ਗੁਜਰਾਲ ਸਾਹਿਬ ਵਿੱਚ ਇਹ ਕੁਆਲਿਟੀ ਸੀ, ਉਹ ਦਿਲੋਂ ਹਰ ਬੰਦੇ ਨੂੰ ਪਿਆਰ ਕਰਦੇ ਸੀ। ਪਾਕਿਸਤਾਨ ਦਾ ਮੈਂ ਜ਼ਿਕਰ ਕਰਨਾ ਚਾਹੂੰਗਾ, ਤੁਸੀਂ ਜ਼ਿਕਰ ਕੀਤਾ ਨਫ਼ਰਤ ਦਾ, ਪਿਆਰ ਦਾ। ਪਾਕਿਸਤਾਨ ਦੇ ਨਾਲ ਜਿਹੜੀ ਸ਼ੁਰੂਆਤ ਉਹਨਾਂ ਨੇ ਕੀਤੀ, ਅੱਜ ਅਸੀਂ ਉਸ ਸ਼ੁਰੂਆਤ ਨੂੰ ਇੱਕ ਨੈਕਸਟ ਲੈਵਲ 'ਤੇ ਦੇਖ ਰਹੇ ਹਾਂ। ਜ਼ਾਹਿਰ ਤੌਰ 'ਤੇ ਤੁਸੀਂ ਬਹੁਤ ਸਾਰੀਆਂ ਗੱਲਾਂ ਉਹਨਾਂ ਨਾਲ ਸਾਂਝੀਆਂ ਕੀਤੀਆਂ ਹੋਣਗੀਆਂ, ਉਹਨਾਂ ਨੇ ਤੁਹਾਨੂੰ ਦੱਸਿਆ ਹੋਵੇਗਾ ਕੁਛ ਇਹੋ ਜਿਹੇ ਕਿੱਸੇ ਜੋ ਅੱਜ ਤੱਕ ਕਦੀ ਕਿਸੇ ਨਾਲ ਤੁਸੀਂ ਸਾਂਝੇ ਨਾ ਕੀਤੇ ਹੋਣ। ਗੁਜਰਾਲ ਸਾਹਿਬ ਪਾਕਿਸਤਾਨ 2-3 ਵਾਰ ਗਏ, ਜਿਸ ਵੇਲੇ ਉਹ ਮੰਤਰੀ ਵੀ ਨਹੀਂ ਸੀ, ਪ੍ਰਧਾਨ ਮੰਤਰੀ ਵੀ ਨਹੀਂ ਸੀ। ਅਤੇ ਉਹਨਾਂ ਦਾ ਕਹਿਣਾ ਸੀ ਕਿ ਪੀਪਲ ਟੂ ਪੀਪਲ, ਲੋਕ ਪਾਕਿਸਤਾਨ ਦੇ ਅਤੇ ਹਿੰਦੁਸਤਾਨ ਦੇ, ਉਹ ਅਮਨ ਅਤੇ ਸ਼ਾਂਤੀ ਚਾਹੁੰਦੇ ਨੇ। ਉਹ ਇੱਕ ਦੂਜੇ ਨੂੰ ਪਿਆਰ ਮੁਹੱਬਤ ਨਾਲ ਦੇਖਦੇ ਨੇ। ਲੇਕਿਨ ਜਿਹੜੀ ਉੱਥੇ ਆਰਮੀ ਹੈ, ਅਸਲ ਸਰਕਾਰ ਆਰਮੀ ਦੀ ਹੈ, ਉਹ ਸਿਵਿਲੀਅਨ ਸਰਕਾਰ ਨਹੀਂ ਹੈ। ਅਤੇ ਆਰਮੀ ਦਾ ਇੱਕ ਵੈਸਟਡ ਇੰਟਰਸਟ ਹੈ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਦੋਸਤੀ ਨਾ ਹੋਵੇ। ਉਹਨਾਂ ਨੇ ਨਵਾਜ਼ ਸ਼ਰੀਫ ਨਾਲ ਕੋਸ਼ਿਸ਼ ਕੀਤੀ। ਮੈਂ ਵੀ ਕਹਾਂਗਾ, ਨਵਾਜ਼ ਸ਼ਰੀਫ ਵੀ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਸਾਡੀ ਦੋਸਤੀ ਵਧੇ। ਉਹਨੇ ਆਰਮੀ ਨੂੰ ਡਿਫਾਈ ਵੀ ਕੀਤਾ, ਆਰਮੀ ਨੂੰ ਤੁਸੀਂ ਦੇਖਿਆ ਬਾਅਦ ਵਿੱਚ ਉਹਨੂੰ ਬਾਹਰ ਕੱਢਤਾ। ਲੇਕਿਨ ਜਦ ਤੱਕ ਪਾਕਿਸਤਾਨ ਵਿੱਚ ਆਰਮੀ ਹਾਵੀ ਹੈ, ਤਦ ਤੱਕ ਇਹ ਰਿਸ਼ਤੇ ਨਹੀਂ ਠੀਕ ਹੋ ਸਕਦੇ। ਬਿਲਕੁਲ, ਹਰ ਇਨਸਾਨ ਨੂੰ ਆਪਣੇ ਕਿਤੇ ਨਾ ਗੁਜਰਾਲ ਸਾਹਿਬ ਬੜਾ ਪਿਆਰ ਹੁੰਦਾ। ਤੁਸੀਂ ਵੀ ਪੰਜਾਬੀ ਇੰਨੀ ਸੋਹਣੀ ਬੋਲਦੇ ਹੋ, ਜ਼ਾਹਿਰ ਤੌਰ 'ਤੇ ਪੰਜਾਬ ਤੋਂ ਬਿਲੋਂਗ ਕਰਦੇ ਹੋ। ਗੁਜਰਾਲ ਸਾਹਿਬ ਦਾ ਉਹਨਾਂ ਦਾ ਬਹੁਤ ਪਿਆਰ ਸੀ ਪੰਜਾਬੀ ਨਾਲ। ਉਹਨਾਂ ਨੇ ਇਹ ਇੰਟਰਵਿਊ 'ਚ ਆਪ ਕਿਹਾ ਸੀ ਕਿ ਮੈਨੂੰ ਆਪਣੇ ਪੰਜਾਬੀ ਹੋਣ 'ਤੇ ਬੜਾ ਮਾਣ ਹੈ। ਦੇਖੋ, ਪੰਜਾਬ, ਮੈਂ ਤਾਂ ਕਹਾਂਗਾ ਉਹਨਾਂ ਵਿੱਚ ਪੰਜਾਬੀਅਤ ਉਹਨਾਂ ਦੇ ਨਸ ਨਸ ਵਿੱਚ ਭਰੀ ਹੋਈ ਸੀ। ਪੰਜਾਬ ਨਾਲ ਉਹਨਾਂ ਨੂੰ ਬਹੁਤ ਪ੍ਰੇਮ ਸੀ, ਬਹੁਤ ਪਿਆਰ ਸੀ। ਇਸੇ ਲਈ 10-11 ਮਹੀਨੇ ਜਿਹੜੇ ਉਹ ਪ੍ਰਧਾਨ ਮੰਤਰੀ ਰਹੇ, ਜੋ ਕੁਛ ਉਹ ਪੰਜਾਬ ਲਈ ਕਰ ਸਕਦੇ ਸੀ, ਉਹਨਾਂ ਨੇ ਪੂਰੀ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ। ਮੈਨੂੰ ਯਾਦ ਹੈ ਬਾਦਲ ਸਾਹਿਬ ਆਏ, ਕੁਛ ਮੰਗਾਂ ਲੈ ਕੇ ਆਏ, ਅਤੇ ਬਾਦਲ ਸਾਹਿਬ ਦਾ ਖਿਆਲ ਸੀ, ਗੁਜਰਾਲ ਸਾਹਿਬ ਨੇ ਕਿਹਾ ਸੀ ਕਿ ਸਾਰੇ ਤੁਸੀਂ ਆਪਣੇ ਅਫਸਰਾਂ ਨੂੰ ਨਾਲ ਲੈ ਕੇ ਆਓ। ਬਾਦਲ ਸਾਹਿਬ ਮੇਰੇ ਖਿਆਲ ਉਸ ਵੇਲੇ ਮੈਨੂੰ ਯਾਦ ਹੈ 18-20 ਅਫਸਰਾਂ ਨੂੰ ਨਾਲ ਲੈ ਕੇ ਆਏ। ਗੁਜਰਾਲ ਸਾਹਿਬ ਨੇ ਵੀ 18-20 ਅਫਸਰ ਆਪਣੇ ਨਾਲ ਰੱਖੇ ਹੋਏ ਸੀ। ਉਸ ਵੇਲੇ ਖਿਆਲ ਸੀ ਕਿ ਇਹ ਮੀਟਿੰਗ 4-5 ਘੰਟੇ ਚਲੇਗੀ। ਉਹ ਬੈਠੇ, ਬਾਦਲ ਸਾਹਿਬ ਨੇ ਪਰਚਾ ਦਿੱਤਾ ਕਿ ਪੰਜਾਬ ਦੀਆਂ ਡਿਮਾਂਡਸ ਨੇ। ਗੁਜਰਾਲ ਸਾਹਿਬ ਨੇ ਪੜ੍ਹਿਆ, 5 ਮਿੰਟ ਵਿੱਚ ਕਿਹਾ ਇਹ ਤੁਹਾਡੀ 6 ਮਨਜ਼ੂਰਾਂ ਤੁਸੀਂ ਲੈ ਕੇ ਆਏ ਹੋ ਡਿਮਾਂਡਸ, ਇਹ 6 ਦੀ 6 ਮੈਂ ਮਨਜ਼ੂਰ ਕਰਨਾ। ਬਾਦਲ ਸਾਹਿਬ ਹੋਰ ਕੀ ਚਾਹੀਦਾ? ਉਹ ਮੇਰੇ ਖਿਆਲ ਮੀਟਿੰਗ 10 ਮਿੰਟ ਵੀ ਨਹੀਂ ਚੱਲੀ। ਉਸੇ ਵੇਲੇ ਪੰਜਾਬ ਦਾ ਸਾਰਾ ਕਰਜ਼ਾ ਮਾਫ ਹੋਇਆ,
ਉਸੇ ਵੇਲੇ ਹੋਰ ਜੋ ਕੁਝ ਬਾਦਲ ਸਾਹਿਬ ਨੇ ਮੰਗਿਆ ਸੀ ਉਹ ਤੇ ਬਾਦਲ ਸਾਹਿਬ ਬਾਅਦ ਵਿੱਚ ਮਜ਼ਾਕ ਕਰਦੇ ਸੀ ਕਿ ਗਲਤੀ ਮੇਰੇ ਕੋਲੋਂ ਹੋ ਗਈ, ਮੈਂ ਸਿਰਫ 6 ਮੰਗਾਂ ਲੈ ਕੇ ਗਿਆ, ਜੇ 60 ਲੈ ਕੇ ਗਿਆ ਹੁੰਦਾ ਉਹ ਵੀ ਸਾਰੀ ਮਨਜ਼ੂਰ ਹੋ ਜਾਣੀ ਸੀ। ਅੱਛਾ, ਕਦੀ ਨਰੇਸ਼ ਗੁਜਰਾਲ ਨਾਲ ਹੋਇਆ ਕਿ ਨਰੇਸ਼ ਗੁਜਰਾਲ ਸਿਕਿਉਰਿਟੀ ਲੈ ਕੇ ਗਏ ਹੋਣ ਤੇ ਗੁਜਰਾਲ ਸਾਹਿਬ ਨੇ ਕਿਹਾ ਹੋਇਆ ਕਿ ਇਹ ਗਲਤ ਕੀਤਾ, ਨਹੀਂ ਕਰਨਾ ਚਾਹੀਦਾ ਸੀ? ਅਸੀਂ ਸ਼ੁਰੂ ਤੋਂ ਹੀ ਦੇਖਦੇ ਸੀ ਗੁਜਰਾਲ ਸਾਹਿਬ ਸਿੰਪਲ ਆਪ ਬੰਦੇ ਸੀ, ਉਹਨਾਂ ਨੂੰ ਆਪ ਸਿਕਿਉਰਿਟੀ ਪਸੰਦ ਨਹੀਂ ਸੀ। ਹਰ ਐਮਪੀ ਨੂੰ ਪੰਜਾਬ ਸਰਕਾਰ ਤੋਂ, ਜਿਹੜੇ ਪੰਜਾਬ ਦੇ ਐਮਪੀ ਨੇ, ਸਿਕਿਉਰਿਟੀ ਮਿਲਦੀ ਹੈ। ਮੈਂ ਤਾਂ ਕਦੀ ਯੂਜ਼ ਹੀ ਨਹੀਂ ਕਰਦਾ ਕਿਉਂਕਿ ਦਿੱਲੀ ਲੋੜ ਮੈਨੂੰ ਕੋਈ ਨਹੀਂ। ਦਿੱਲੀੋਂ ਬਾਹਰ ਜਾਣਾ ਹੋਏ ਹੋਰ ਗੱਲ ਹੈ, ਪਰ ਦਿੱਲੀ ਮੈਂ ਤਾਂ ਸੁਰੱਖਿਅਤ ਹਮੇਸ਼ਾ ਫੀਲ ਕਰਨਾ। ਤੇ ਮੈਨੂੰ ਲੱਗਦਾ ਹੈ ਕਿ ਜੇ ਮੈਂ ਨਾਲ ਕੋਈ ਸਿਪਾਹੀ ਬਿਠਾਇਆ ਹੋਏ ਵਰਦੀ ਵਿੱਚ, ਉਹ ਸਿਵਾਏ ਦੇ ਕਿ ਵੀ ਮੈਂ ਸ਼ੋਅ ਆਫ ਕਰ ਰਿਹਾ, ਹੋਰ ਕੁਝ ਨਹੀਂ ਇਹਦੇ ਵਿੱਚ। ਇਸ ਕਰਕੇ ਸਾਧਾਰਨ ਜ਼ਿੰਦਗੀ ਜੀਓ, ਸਿੰਪਲ ਲਾਈਫ ਰੱਖੋ, ਉਹਦੇ ਨਾਲ ਜ਼ਿਆਦਾ ਸਕੂਨ ਮਿਲਦਾ ਹੈ। ਅੱਛਾ, ਗੁਜਰਾਲ ਸਾਹਿਬ ਬਾਰੇ ਮੈਂ ਪਰਸਨਲੀ ਜਾਣਨਾ ਚਾਹਾਂਗਾ। ਲਿਖਦੇ ਸਨ, ਸ਼ੇਰੋ ਸ਼ਾਇਰੀ ਦਾ ਵੀ ਸ਼ੌਂਕ ਸੀ, ਕੁਝ ਤੁਹਾਨੂੰ ਉਹੋ ਜਿਹੀਆਂ ਕੁਝ ਚੀਜ਼ਾਂ ਸਾਡੇ ਨਾਲ ਸਾਂਝੀਆਂ ਕਰ ਸਕੋ? ਦੇਖੋ, ਗੁਜਰਾਲ ਸਾਹਿਬ ਨੂੰ ਸ਼ੇਰੋ ਸ਼ਾਇਰੀ ਦਾ ਬਹੁਤ ਸ਼ੌਕ ਸੀ ਤੇ ਫੈਜ਼ ਅਹਿਮਦ ਫੈਜ਼ ਗੁਜਰਾਲ ਸਾਹਿਬ ਦੇ ਇੰਗਲਿਸ਼ ਦੇ ਪ੍ਰੋਫੈਸਰ ਸੀ। ਉਹਦੇ ਬਾਅਦ ਭਾਵੇਂ ਸਰਦਾਰ ਜਾਫਰੀ, ਭਾਵੇਂ ਸ਼ਬਾਨਾ ਆਜ਼ਮੀ ਜੀ ਦੇ ਫਾਦਰ ਕੈਫੀ ਆਜ਼ਮੀ, ਜਾਨੀਸਾਰ ਅਖਤਰ, ਸਾਹਿਰ ਲੁਧਿਆਣਵੀ, ਇਹ ਸਾਰੇ ਗੁਜਰਾਲ ਸਾਹਿਬ ਦੇ ਬਹੁਤ ਦੋਸਤ ਸੀ। ਤੇ ਕਈ ਵਾਰ ਸ਼ਾਮ ਨੂੰ ਜਸ਼ਨ ਹੁੰਦਾ ਸੀ ਜਿਸ ਵੇਲੇ ਉਹਨਾਂ ਨੇ ਸਾਡੇ ਘਰ ਆਉਣਾ ਜਾਂ ਗੁਜਰਾਲ ਸਾਹਿਬ ਨੇ ਉਹਨਾਂ ਦੇ ਘਰ ਬੰਬੇ ਜਾਣਾ, ਤੇ 4-4 5-5 ਘੰਟੇ ਸ਼ੇਰੋ ਸ਼ਾਇਰੀ ਚੱਲਦੀ ਸੀ। ਉਹ ਉਹਨਾਂ ਨੂੰ ਹਮੇਸ਼ਾ ਸ਼ੌਕ ਸੀ ਤੇ ਹਜ਼ਾਰਾਂ ਸ਼ੇਰ ਉਹਨਾਂ ਨੂੰ ਹਮੇਸ਼ਾ ਯਾਦ ਰਹਿੰਦੇ ਸੀ। ਸੋ ਉਹ ਥੀਏਟਰ, ਆਰਟ, ਇਹਨਾਂ ਚੀਜ਼ਾਂ ਦਾ ਗੁਜਰਾਲ ਸਾਹਿਬ ਨੂੰ, ਉਹਨਾਂ ਇੱਕ ਹੋਰ ਪਹਿਲੂ ਸੀ ਗੁਜਰਾਲ ਸਾਹਿਬ ਦਾ, ਜਿਹੜਾ ਇਹ ਕਲਚਰਲ ਚੀਜ਼ਾਂ ਵਿੱਚ ਉਹਨਾਂ ਨੂੰ ਬਹੁਤ ਦਿਲਚਸਪੀ ਸੀ। ਸਰ, ਕਿਹਾ ਜਾਂਦਾ ਹੈ ਕਿ ਬੇਟੇ ਦੇ ਜਿਹੜੇ ਪਿਤਾ ਦੇ ਕਦਮ ਹੁੰਦੇ ਨੇ, ਬੇਟੇ ਉਹਨਾਂ ਨੂੰ ਅਕਸਰ ਫੋਲੋ ਕਰਦੇ ਨੇ। ਤੁਸੀਂ ਫੋਲੋ ਕੀਤਾ। ਜਦੋਂ ਤੁਸੀਂ ਉਹਨਾਂ ਨੂੰ ਦੱਸਿਆ ਕਿ ਹੁਣ ਰਾਜਨੀਤੀ 'ਚ ਜਾਣਾ ਹੈ, ਰਾਜਨੀਤੀ 'ਚ ਪੈਰ ਰੱਖਣਾ ਹੈ, ਕੀ ਰਿਐਕਸ਼ਨ ਸੀ ਉਹਨਾਂ ਦਾ ਉਸ ਵੇਲੇ? ਉਸ ਵੇਲੇ ਵੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਰਾਜਨੀਤੀ ਨੂੰ ਪਰਕਸਿਟ ਨਾ ਸਮਝਣਾ, ਅਹੁਦੇ ਨੂੰ ਪਰਕਸਿਟ ਨਾ ਸਮਝਣਾ। ਜੇ ਸੇਵਾ ਕਰਨੀ ਹੈ ਤਾਂ ਜਾਓ। ਰਾਜਨੀਤੀ ਇੰਨੀ ਆਸਾਨ ਨਹੀਂ ਜਿੰਨੀ ਬਾਹਰੋਂ ਲੱਗਦੀ ਹੈ। ਦੂਜਾ, ਐਮਪੀ ਬਣਨਾ, ਮੰਤਰੀ ਬਣਨਾ, ਅਹੁਦਾ ਬੜਾ ਵੱਡਾ ਹੈ, ਪਰ ਜਿੰਨਾ ਉੱਤੇ ਜਾਓਗੇ ਉਨੀ ਰਿਸਪੌਂਸਿਬਿਲਿਟੀ ਵਧੇਗੀ। ਤੇ ਜੇ ਤੇ ਤੁਸੀਂ ਰਿਸਪੌਂਸਿਬਿਲਿਟੀ ਨੂੰ ਠੀਕ ਤਰ੍ਹਾਂ ਨਿਭਾ ਸਕਦੇ ਹੋ, ਉਹਦੇ ਲਈ ਜੋ ਮਿਹਨਤ ਕਰਨੀ ਪੈਂਦੀ ਹੈ ਉਹ ਕਰਨ ਨੂੰ ਤਿਆਰ ਹੋ, ਤਾਂ ਜਾਓ, ਨਹੀਂ ਤਾਂ ਕੋਈ ਜਾਣ ਦੀ ਲੋੜ ਨਹੀਂ। ਰਿਐਕਸ਼ਨ ਕੀ ਸੀ ਉਸ ਦੌਰਾਨ ਜਦੋਂ ਪਤਾ ਲੱਗਾ ਕਿ ਹੁਣ ਪਿਤਾ ਜੀ ਜਿਹੜੇ ਨੇ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ, ਜਾਂ ਪਰਿਵਾਰ ਦਾ ਕੀ ਰਿਐਕਸ਼ਨ ਸੀ? ਖੁਸ਼ੀ ਸਭ ਨੂੰ ਬਹੁਤ ਸੀ। ਤੁਸੀਂ ਯਾਦ ਰੱਖੋ, ਗੁਜਰਾਲ ਸਾਹਿਬ ਇੱਕ ਰਿਫਿਊਜੀ ਆਏ ਸੀ ਪੰਜਾਬ, ਪਾਕਿਸਤਾਨ ਤੋਂ। ਪਹਿਲੇ ਦਿਨ ਜਿਸ ਵੇਲੇ ਸਾਡਾ ਪਰਿਵਾਰ ਦਿੱਲੀ ਸਟੇਸ਼ਨ ਤੇ ਪਹੁੰਚਿਆ, ਬਾਹਰ ਕਰਫਿਊ ਲੱਗਿਆ ਹੋਇਆ ਸੀ। ਉਸ ਰਾਤ ਮੇਰੀ ਮਾਂ ਨੂੰ, ਮੇਰੀ ਦਾਦੀ ਨੂੰ ਪਲੇਟਫਾਰਮ ਤੇ ਸੌਣਾ ਪਿਆ। ਇੱਕ ਕਮਰੇ ਤੋਂ ਸ਼ੁਰੂ ਕੀਤਾ ਸੀ ਜ਼ਿੰਦਗੀ। ਸੋ ਨੈਚੁਰਲੀ ਜੇ ਤੁਸੀਂ ਹਾਈਐਸਟ ਅਹੁਦੇ ਤੇ ਪਹੁੰਚਦੇ ਹੋ ਦੇਸ਼ ਦੇ, ਸਾਰੇ ਪਰਿਵਾਰ ਨੂੰ ਬਹੁਤ ਖੁਸ਼ੀ ਹੋਈ। ਤੇ ਜਦੋਂ ਕਿਹਾ ਜਾਂਦਾ ਹੈ ਕਿ ਨਰੇਸ਼ ਗੁਜਰਾਲ ਤੇ ਤੁਹਾਡੇ ਜਿਹੜੇ ਦੂਸਰੇ ਵਾਲੇ ਭਾਈ ਸਾਹਿਬ ਨੇ, ਉਹ ਬਿਜ਼ਨਸ ਗਏ, ਤੁਸੀਂ ਬਿਜ਼ਨਸ ਤੋਂ ਆਏ, ਫਿਰ ਰਾਜਨੀਤੀ ਦਾ ਸਫ਼ਰ ਤੈਅ ਹੋਇਆ। ਤੇ ਕਿਹਾ ਜਾਂਦਾ ਕਿ ਗੁਜਰਾਲ ਸਾਹਿਬ ਨੇ ਕਿਸੇ ਨੂੰ ਇਹ ਨਹੀਂ ਕਿਹਾ ਕਿ ਮੇਰੇ ਲੜਕੇ ਨੇ ਇਹਨਾਂ ਨੂੰ ਪ੍ਰਮੋਟ ਕਰਨਾ ਹੈ, ਜਾਂ ਉਹਨਾਂ ਨੇ ਕਦੀ ਤਰਫਦਾਰੀ ਦੀ ਗੱਲ ਨਹੀਂ ਕੀਤੀ। ਉਹਨਾਂ ਨੇ ਕਿਹਾ ਵੀ ਜੋ ਤੁਸੀਂ ਕਰਨਾ ਚਾਹੋ ਤੁਸੀਂ ਆਪਣੀ ਮਰਜ਼ੀ ਨਾਲ ਕਰੋ। ਤੇ ਕਦੀ ਲੱਗਾ ਕਿ ਪਿਤਾ ਜੀ ਐਡੇ ਵੱਡੇ ਅਹੁਦੇ ਤੇ ਨੇ, ਉਸ ਦੇ ਬਾਵਜੂਦ ਕੋਈ ਵਿਦੇਸ਼ ਮੰਤਰੀ ਵੀ ਰਹੇ, R&B ਮਿਨਿਸਟਰ ਰਹੇ। ਇੱਕ ਕਿਹਾ ਜਾਂਦਾ ਸੀ ਕਿ ਗੁਜਰਾਲ ਸਾਹਿਬ ਦਾ ਇੱਕ ਇਹੋ ਜਿਹਾ ਸ਼ਖਸੀਅਤ ਸੀ ਕਿ ਕਿਸੇ ਵੀ ਕਦੀ ਲੀਡਰ ਨੇ ਪਾਰਟੀ ਲਾਈਨ ਤੋਂ ਹਮੇਸ਼ਾ ਉੱਪਰ ਉੱਠ ਕੇ ਉਹਨਾਂ ਨੂੰ ਸਨਮਾਨ ਦਿੱਤਾ। ਤੇ ਇੱਕ ਦੀ ਰਿਹਾ ਕਿ ਲੱਗਾ ਹੋਇਆ ਕਿ ਪਿਤਾ ਜੀ ਨਹੀਂ ਹੁਣ ਮਦਦ ਨਹੀਂ ਕਰ ਰਹੇ ਜਾਂ ਸਾਡੀ ਗੱਲ ਨਹੀਂ ਸੁਣ ਰਹੇ? ਸਾਡੀ ਟ੍ਰੇਨਿੰਗ ਸ਼ੁਰੂ ਦੀ ਅਸੀਂ ਸੀ ਕਿ ਵੀ ਆਪਣੇ ਆਪ ਆਪਣੇ ਪੈਰਾਂ 'ਤੇ ਖੜੇ ਹੋਵੋ। ਮੈਂ ਚਾਰਟਰਡ ਅਕਾਊਂਟੈਂਸੀ ਕੀਤੀ, ਪ੍ਰੈਕਟਿਸ ਕੀਤੀ, 2-4 ਪੈਸੇ ਉਹਦੇ ਵਿੱਚ ਕਮਾਏ, ਉਹਦੇ ਨਾਲ ਬਿਜ਼ਨਸ ਸ਼ੁਰੂ ਕੀਤਾ। ਰੱਬ ਦੀ ਮਿਹਰ ਸੀ, ਬਿਜ਼ਨਸ ਚੰਗਾ ਚੱਲ ਪਿਆ। ਸੋ ਇਸ ਕਰਕੇ ਕਦੀ ਮੈਨੂੰ ਲੋੜ ਹੀ ਨਹੀਂ ਪਈ ਕਿ ਉਹਨਾਂ ਕੋਲੋਂ ਕੋਈ ਮੈਂ ਇੱਕ ਚੀਜ਼ ਮੰਗਾਂ ਜਾਂ ਮੈਂ ਕਹਾਂ ਕਿ ਮੇਰੀ ਸਿਫਾਰਿਸ਼ ਕਰੋ। ਤੋ ਉਸ ਕਰਕੇ ਮੈਂ ਕਹਿੰਦਾ ਵਾਹਿਗੁਰੂ ਦੀ ਮਿਹਰ ਸੀ ਕਿ ਲੋੜ ਕਦੀ ਪਈ ਨਹੀਂ ਉਸ ਗੱਲ ਦੀ। ਜਨਮ ਸ਼ਤਾਬਦੀ ਅੱਜ ਤੁਸੀਂ ਦੇਖੋ, ਅੱਜ ਗੁਜਰਾਲ ਸਾਹਿਬ ਦੇ 100 ਸਾਲ ਹੋਏ ਨੇ। ਤੁਸੀਂ ਅੱਜ ਅਖਬਾਰਾਂ ਵਿੱਚ ਦੇਖਿਆ ਹੋਵੇਗਾ, ਭਾਵੇਂ ਕੈਪਟਨ ਅਮਰਿੰਦਰ ਸਿੰਘ ਜੀ ਨੇ, ਭਾਵੇਂ ਉਧਵ ਠਾਕਰੇ ਜੀ ਨੇ, ਭਾਵੇਂ ਕੇਜਰੀਵਾਲ ਜੀ ਨੇ, ਸਭ ਨੇ ਅੱਜ ਉਹਨਾਂ ਨੂੰ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਨੇ, ਅੱਜ ਉਹਨਾਂ ਨੂੰ ਸਲਾਮ ਕੀਤਾ ਹੈ। ਕਿਉਂਕਿ ਉਹਨਾਂ ਨੂੰ ਪਤਾ ਇੱਕ ਦੇਸ਼ ਭਗਤ ਸੀ, ਇੱਕ ਐਸਾ ਬੰਦਾ ਜਿਹੜਾ ਹਮੇਸ਼ਾ ਸਿੰਪਲਿਸਿਟੀ ਵਿੱਚ ਬਿਲੀਵ ਕਰਦਾ ਸੀ, ਜਿਹੜਾ ਪੈਟਰੀਓਟ ਸੀ। 22 ਸਾਲ ਦੀ ਉਮਰ ਵਿੱਚ ਜੇਲ੍ਹ ਗਏ। ਅੱਜ ਇਹ ਗੱਲਾਂ ਲੋਕ ਭੁੱਲ ਜਾਂਦੇ ਨੇ ਕਿ
ਰਾਜਨੀਤੀ ਵਿੱਚ ਸਿੰਪਲਿਸਿਟੀ ਦਾ ਕੀ ਮਾਇਨੇ ਹੈ? ਉਹਦਾ ਇੱਕ ਅਲੱਗ ਸ਼ਰਾਫਤ ਦਾ ਕੀ ਮਾਇਨੇ? ਉਹਦਾ ਇੱਕ ਅਲੱਗ ਮਿਆਰ ਸੈੱਟ ਕੀਤਾ ਗੁਜਰਾਲ ਸਾਹਿਬ ਨੇ ਕਿ ਜੰਗੇ ਆਜ਼ਾਦੀ ਦੀ ਲੜਾਈ ਤੋਂ ਸ਼ੁਰੂ ਕਰਨਾ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਤੱਕ ਪਹੁੰਚਣਾ। ਲੇਕਿਨ ਸ਼ਰਾਫਤ ਉਸੇ ਤਰ੍ਹਾਂ ਬਰਕਰਾਰ ਰੱਖਣੀ। ਸੋਸਾਇਟੀ ਉਹਨਾਂ ਨੂੰ ਅਜੇ ਵੀ ਮਤਲਬ ਕੱਲ ਵੀ ਉਹਨਾਂ ਬਾਰੇ ਅਸੀਂ ਪੜ੍ਹ ਰਿਹਾ ਸੀ ਜਦੋਂ ਮੈਂ ਤਾਂ ਉਹਦੇ 'ਚ ਲਿਖਿਆ ਹੋਇਆ ਸੀ ਕਿ ਇੱਕ ਭਦਰ ਪੁਰਸ਼ ਰਾਜਨੀਤੀ ਹਿੰਦੁਸਤਾਨ ਦੀ ਜੇਕਰ ਕਿਹਾ ਗਿਆ, ਜੈਂਟਲਮੈਨ ਆਫ ਦਾ ਇੰਡੀਅਨ ਪੋਲਿਟਿਕਸ, ਤੇ ਉਹ ਗੁਜਰਾਲ ਸਾਹਿਬ ਨੂੰ ਕਿਹਾ ਗਿਆ ਕਿ ਕਿਸੇ ਵੀ ਅੱਜ ਤੱਕ ਲੀਡਰ ਨੇ, ਕਈ ਸਾਰੇ ਸਿਆਸਤਦਾਨ ਆਏ, ਕਿਉਂਕਿ ਇੱਕ ਲਾਈਨ ਕਹੀ ਜਾਂਦੀ ਰਾਜਨੀਤੀ ਵਾਸਤੇ ਕਿ ਬਦਲਦੇ ਰੰਗ ਦੇ ਨਾਲ ਬਦਲਦੇ ਰਾਜਨੀਤੀ ਦੇ ਰੰਗ ਨੇ, ਰੋਜ਼ ਦਿਨ ਬਦਲਦਾ ਹੈ ਤੇ ਰੋਜ਼ ਰਾਜਨੀਤੀ ਬਦਲਦੀ ਹੈ। ਲੇਕਿਨ ਗੁਜਰਾਲ ਸਾਹਿਬ ਦਾ ਜਿਹੜਾ ਇੱਕ ਮਿਆਰ, ਉਹਨਾਂ ਨੇ ਜਿਹੜਾ ਸਟੈਂਡਰਡ ਸੈੱਟ ਕੀਤਾ, ਉਹ ਅੱਜ ਤੱਕ ਆਖਰੀ ਦਿਨ ਤੱਕ ਉਵੇਂ ਹੀ ਸੈੱਟ ਰਿਹਾ। ਕਿਉਂਕਿ ਉਹਨਾਂ ਦਾ ਕਹਿਣਾ ਸੀ ਤੁਸੀਂ ਆਈਡੀਓਲੋਜੀਕਲੀ ਡਿਫਰੈਂਸਿਸ ਤੁਹਾਡੇ ਹੋ ਸਕਦੇ ਨੇ, ਤੁਸੀਂ ਮੇਰੇ ਆਈਡੀਓਲੋਜੀਕਲ ਓਪੋਨੈਂਟ ਹੋ, ਦੁਸ਼ਮਣ ਨਹੀਂ। ਆਪਸ ਵਿੱਚ ਦੁਸ਼ਮਣੀ ਕੋਈ ਨਹੀਂ। ਗੁਜਰਾਲ ਸਾਹਿਬ ਦਾ ਤੇ ਅਟਲ ਬਿਹਾਰੀ ਵਾਜਪਾਈ ਜੀ ਦਾ ਇੰਨਾ ਪ੍ਰੇਮ ਸੀ ਕਿਉਂਕਿ ਗੁਜਰਾਲ ਸਾਹਿਬ ਉਸੇ ਤਰ੍ਹਾਂ ਅਟਲ ਜੀ ਹਮੇਸ਼ਾ ਕਹਿੰਦੇ ਸੀ ਆਈਡੀਓਲੋਜੀ ਸਾਡੀ ਹੋਰ ਹੈ ਲੇਕਿਨ ਆਪਸ ਵਿੱਚ ਬੜਾ ਪ੍ਰੇਮ ਹੈ। ਸੋ ਅੱਜ ਜਿਹੜੀ ਪੋਲਿਟਿਕਸ ਵਿੱਚ ਅਸੀਂ ਜਿਹੜਾ ਟਕਰਾਓ ਆ ਗਿਆ ਹੈ, ਉਹ ਰਾਜਨੀਤੀ ਗੁਜਰਾਲ ਸਾਹਿਬ ਨੇ ਕਦੀ ਨਹੀਂ ਕੀਤੀ। ਤੁਸੀਂ ਕਿਹਾ ਬਾਦਲ ਸਾਹਿਬ ਉਹਨਾਂ ਕੋਲ ਪਹੁੰਚੇ, ਉਹਨਾਂ ਨੇ ਸਾਰੀਆਂ ਮੰਗਾਂ ਮੰਨ ਲਈਆਂ। ਜੇਕਰ ਅੱਜ ਦੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਹਾਲਾਤ ਕਿਵੇਂ ਦੇਖਦੇ ਹੋ, ਖਾਸ ਤੌਰ ਤੇ ਉਦੋਂ ਜਦੋਂ ਅਸੀਂ ਵਿੱਤੀ ਸੰਕਟ ਦੀ ਗੱਲ ਕਰਨੇ ਆ ਕਿ ਸਰਕਾਰਾਂ ਕੋਲ ਪੈਸੇ ਦੇਣ, ਤਨਖਾਹਾਂ ਦੇਣ ਨੂੰ ਜਿਹੜੇ ਨੇ ਉਹ ਪੈਸੇ ਕੋਲ ਨਹੀਂ ਹੈਗੇ। ਦੇਖੋ ਅੱਜ ਇਹ ਕ੍ਰਾਈਸਿਸ ਸਿਰਫ ਪੰਜਾਬ ਦੇ ਅੱਗੇ ਨਹੀਂ, ਸਾਰੇ ਹਿੰਦੁਸਤਾਨ ਦੀ ਸਟੇਟਾਂ ਦੀ ਹਾਲਤ ਹੈ। ਖਾਸ ਕਰ ਜਿਸ ਵੇਲੇ GST ਆਇਆ ਹੈ, ਉਸ ਵੇਲੇ ਹਿੰਦੁਸਤਾਨ ਦੀ ਸਰਕਾਰ ਨੇ ਸਟੇਟ ਗਵਰਨਮੈਂਟਸ ਨੂੰ ਇੱਕ ਕਮਿਟਮੈਂਟ ਦਿੱਤੀਆਂ ਸੀ ਕਿ ਬਈ ਜਿਹੜਾ ਤੁਹਾਡਾ ਸ਼ਾਰਟਫਾਲ ਹੋਏਗਾ ਉਹ ਅਸੀਂ 5 ਸਾਲ ਮੀਟ ਕਰਾਂਗੇ। ਅੱਜ ਰਿਸੈਸ਼ਨ ਆ ਗਿਆ ਹੈ ਹਿੰਦੁਸਤਾਨ ਵਿੱਚ, ਹਿੰਦੁਸਤਾਨ ਦੀ ਸਰਕਾਰ ਵੀ ਉਤਨੇ ਟੈਕਸ ਨਹੀਂ ਕਲੈਕਟ ਕਰ ਸਕਦੀ ਜਿੰਨੇ ਹੋਣੇ ਚਾਹੀਦੇ ਸੀ। ਜੋ ਇਹਨਾਂ ਦੀ ਬਜਟ ਸੀਗੇ ਉਸ ਤੋਂ ਬਹੁਤ ਥੱਲੇ ਆ ਰਹੇ ਨੇ ਟੈਕਸਿਸ ਐਕਸਚੇਕਰ ਵਿੱਚ। ਉਸ ਕਰਕੇ ਨੈਚੁਰਲੀ ਭਾਵੇਂ ਪੰਜਾਬ ਹੋਵੇ, ਮਹਾਰਾਸ਼ਟਰ ਹੋਵੇ, ਹਰਿਆਣਾ ਹੋਵੇ, ਜੋ ਡਿਊ ਬਣਦਾ ਹੈ ਉਹ ਨਹੀਂ ਮਿਲ ਰਿਹਾ। ਤੇ ਤਨਖਾਹਾਂ ਤੇ ਦੇਣੀਆਂ, ਪੈਨਸ਼ਨ ਤੇ ਦੇਣੀ ਹੈ, ਖਰਚੇ ਤੇ ਹੋਣਗੇ ਹੀ, ਡਿਵੈਲਪਮੈਂਟ ਦੇ ਕੰਮ ਤੇ ਰੁਕ ਨਹੀਂ ਸਕਦੇ। ਸੋ ਇਹ ਡਿਫਿਕਲਟੀ ਅੱਜ ਹਰ ਸਟੇਟ ਨੂੰ ਆ ਰਹੀ ਹੈ, ਪੰਜਾਬ ਨੂੰ ਵੀ ਆ ਰਹੀ ਹੈ। ਪਰ ਇੱਥੇ ਮੈਂ ਕਹਾਂਗਾ ਸਾਰੇ MPs ਨੂੰ ਪੰਜਾਬ ਦੇ, ਭਾਵੇਂ ਉਹ ਕਾਂਗਰਸ ਦੇ ਹੋਣ, ਅਕਾਲੀ ਦਲ ਦੇ ਹੋਣ, ਕਿਸੇ ਹੋਰ ਆਪ ਦੇ ਹੋਣ, ਸਾਨੂੰ ਸਭ ਨੂੰ ਮਿਲ ਕੇ ਅਪੀਲ ਕਰਨੀ ਚਾਹੀਦੀ ਹੈ, ਇਕੱਠੇ ਜਾਣਾ ਚਾਹੀਦਾ। ਮੈਂ ਤਾਂ ਕਿਹਾ ਵੀ ਸੀ ਆਪਣੇ ਕੋਲੀਗਸ ਨੂੰ ਪਾਰਲੀਮੈਂਟ ਵਿੱਚ ਕਿ ਸਾਨੂੰ ਜਾਣਾ ਚਾਹੀਦਾ ਮੰਤਰੀ ਕੋਲ ਕਿ ਬਈ ਪੰਜਾਬ ਦੀ ਮਦਦ ਕਰੋ। ਪੰਜਾਬ ਨੇ ਬਹੁਤ ਸੈਕਰੀਫਾਈਸਿਸ ਕੀਤੀਆਂ ਸਾਰੇ ਦੇਸ਼ ਨੂੰ। ਅਸੀਂ ਪਿਛਲੇ 70 ਸਾਲ ਜੇ ਪੰਜਾਬ ਨਾ ਹੁੰਦਾ ਤੇ ਦੇਸ਼ ਨੇ ਭੁੱਖਾ ਮਰ ਜਾਣਾ ਸੀ। ਸੋ ਅੱਜ ਸਾਨੂੰ ਲੋੜ ਹੈ ਸੈਂਟਰ ਸਾਡੀ ਮਦਦ ਕਰੇ। ਇਸ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਇਕੱਠੇ ਅਸੀਂ ਹੋਈਏ ਤੇ ਪੰਜਾਬ ਦੀ ਮੰਗਾਂ ਅੱਗੇ ਰੱਖੀਏ। ਅੱਛਾ, ਮੈਂ ਚੱਲਦੇ ਕੁਝ ਚੀਜ਼ਾਂ ਪੁੱਛਣੀਆਂ ਚਾਹੂੰਗਾ ਕਿ ਕਦੀ ਗੁਜਰਾਲ ਸਾਹਿਬ ਕੋਲ ਡਾਂਟ ਪਈ? ਬਹੁਤ ਵਾਰ ਪਈ। ਕੁਝ ਕਿੱਸਾ ਯਾਦ? ਜੇ ਨਾ ਪਈ ਹੁੰਦੀ ਤੇ ਅਸੀਂ ਅੱਜ ਵਿਗੜੇ ਹੁੰਦੇ। ਸੋ ਤੇ ਹਰ ਪਿਓ ਦਾ ਫਰਜ਼ ਹੈ ਕਿ ਬੱਚਿਆਂ ਨੂੰ ਠੀਕ ਰੱਖੋ। ਤੇ ਠੀਕ ਤੇ ਤੁਸੀਂ ਤਾਂ ਹੀ ਰੱਖ ਸਕਦੇ ਹੋ ਜੇ ਥੋੜ੍ਹਾ ਬਹੁਤ ਸਟ੍ਰਿਕਟ ਰੱਖੋ ਤੇ ਡਾਂਟ ਘਰ ਵਿੱਚ ਰੱਖੋ। ਜੇ ਬਿਲਕੁਲ ਪ੍ਰੇਮ ਹੀ ਸਿਰਫ ਹੋ ਜਾਵੇ ਤੇ ਹਰ ਚੀਜ਼ ਤੁਸੀਂ ਐਕਸੈਪਟ ਕਰ ਲਓ, ਫਿਰ ਵਿਗੜੇ ਮੁੰਡੇ ਤੁਸੀਂ ਦੇਖਦੇ ਹੋ ਹਿੰਦੁਸਤਾਨ ਦੀ ਪੋਲਿਟਿਕਸ ਵਿੱਚ ਵੀ। ਕੋਈ ਸ਼ੇਰੋ ਸ਼ਾਇਰੀ ਜੇਕਰ ਯਾਦ ਹੋਵੇ, ਜੇ ਕੋਈ ਇੱਕ ਸੁਣਾ ਸਕੋ ਜਿਹੜਾ ਕਿ ਉਹਨਾਂ ਦਾ ਫੇਵਰੇਟ ਰਿਹਾ ਹੋ? ਉਹਨਾਂ ਦਾ ਫੇਵਰੇਟ ਸੀ, ਉਹ ਕਹਿੰਦੇ ਸੀ ਹਮੇਸ਼ਾ, ਫੈਜ਼ ਅਹਿਮਦ ਫੈਜ਼ ਦਾ ਇੱਕ ਸ਼ੇਰ ਸੀ, ਦਿਸ ਧਜ ਸੇ ਕੋਈ ਮਕਤਲ ਮੇ ਗਿਆ, ਜਿਸ ਸ਼ਾਨ ਦੇ ਨਾਲ ਤੁਸੀਂ ਫਾਂਸੀ ਦੇ ਫੰਦੇ ਵਿੱਚ ਜਾਂਦੇ ਹੋ ਉਹ ਸ਼ਾਨ ਸਲਾਮਤ ਰਹਤੀ ਹੈ, ਇਹ ਜਾਂ ਤੋਂ ਆਣੀ ਜਾਣੀ ਹੈ, ਇਸ ਜਾਂ ਕੀ ਕੋਈ ਬਾਤ ਨਹੀਂ। ਕਿਆ ਬਾਤ ਹੈ ਸਰ। ਇਹ ਗੱਲ ਸ਼ਾਇਦ ਇਸ ਕਰਕੇ ਵੀ ਇੱਥੇ ਢੁਕਦੀ ਨਜ਼ਰ ਆਉਂਦੀ ਹੈ ਕਿ ਗੁਜਰਾਲ ਸਾਹਿਬ ਦੀ ਜਨਮ ਸ਼ਤਾਬਦੀ ਪੂਰਾ ਮੁਲਕ ਮਨਾ ਰਿਹਾ ਹੈ। ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਲੀਡਰਸ ਉਹਨਾਂ ਨੂੰ ਸਜਦਾ ਕਰ ਰਹੇ ਨੇ। ਸਭ ਤੋਂ ਅਹਿਮ ਚੀਜ਼ ਇਹ ਵੇ ਕਿ ਜਿਸ ਤਰੀਕੇ ਨਾਲ ਨਰੇਸ਼ ਜੀ ਨੇ ਵੀ ਦੱਸਿਆ ਕਿ ਆਪਣਾ ਇੱਕ ਮਿਆਰ, ਇੱਕ ਸਟੈਂਡਰਡ ਉਹਨਾਂ ਨੇ ਸੈੱਟ ਕੀਤਾ ਤੋ ਆਖਰੀ ਦਿਨਾਂ ਤੱਕ ਉੱਥੇ ਹੀ ਸੈੱਟ ਰਿਹਾ। ਉਹਨਾਂ ਦੀ ਪੂਰੇ ਉਸ ਜ਼ਿੰਦਗੀ ਦੇ ਉੱਤੇ, ਉਸ ਪੂਰੇ ਜੀਵਨ ਕਾਲ ਦੇ ਉੱਤੇ ਇੱਕ ਵੀ ਦਾਗ ਦੂਰ ਦੂਰ ਤੱਕ ਨਜ਼ਰ ਨਹੀਂ ਆਉਂਦਾ। ਦੇਸ਼ ਤੇ ਦੁਨੀਆ ਦੀ ਬਾਕੀ ਖਬਰਾਂ ਲਈ ਜੁੜੇ ਰਹੋ PTC ਨਿਊਜ਼ ਦੇ ਨਾਲ। ਦਿਓ ਇਜਾਜ਼ਤ। ਧੰਨਵਾਦ।